हाँ जी बई, सत श्री अकाल साਰਿਆਂ ਨੂੰ। ਸਵਾਗਤ ਆ ਉਡਾਨ ਇੰਸਟੀਚਿਊਟ ਬਠਿੰਡਾ 'ਚ ਤੇ ਅਸੀਂ ਮਿਲ ਰਹੇ ਹਾਂ ਆਨਲਾਈਨ ਪਲੇਟਫਾਰਮ ਤੇ YouTube ਦੀ ਮਦਦ ਦੇ ਨਾਲ ਤੁਹਾਨੂੰ ਸਭ ਨੂੰ ਮਿਲ ਰਹੇ ਹਾਂ, ਰੂਬਰੂ ਹੋ ਰਹੇ ਹਾਂ। ਸਵਾਗਤ ਆ ਸਭ ਦਾ। ਆਜੋ ਜਲਦੀ ਜਲਦੀ ਤੇ ਫਿਰ ਆਪਾਂ ਕਰੀਏ ਕੁਐਸਚਨਸ ਡਿਸਕਸ, ਕਿਉਂਕਿ ਪਿਛਲੇ ਦਿਨਾਂ ਤੋਂ ਕਈ ਸਾਰੇ ਲੈਕਚਰਸ ਅਸੀਂ ਡਿਸਕਸ ਕਰ ਰਹੇ ਹਾਂ, ਹਨਾ। ਕੁਐਸਚਨਸ ਕਾਫੀ ਸਾਰੇ ਤੇ ਡੇਲੀ ਕੁਛ ਨਾ ਕੁਛ ਕੁਐਸਚਨਸ ਬਾਰੇ ਗੱਲਬਾਤ ਕਰਦੇ ਹਾਂ ਤਾਂ ਕਿ ਤੁਹਾਨੂੰ ਆਉਣ ਵਾਲੇ ਪੇਪਰ ਦੇ ਵਿੱਚ ਮਦਦ ਮਿਲ ਸਕੇ ਅੱਛਾ ਸਕੋਰ ਕਰਨ ਲਈ। ਤਾਂ ਚਲੋ ਜੀ, ਆਪਾਂ ਕਰਦੇ ਹਾਂ ਸ਼ੁਰੂਆਤ। ਅੱਜ ਅਸੀਂ ਕੁਐਸਚਨਸ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਤਾਂ ਸਾਡੇ ਕੋਲੇ ਫਸਟ ਕੁਐਸਚਨ ਹੈਗਾ ਜੀ, ਵਿਚ ਵਾਸ ਦਾ ਬਰਥ ਪਲੇਸ ਆਫ ਗੁਰੂ ਨਾਨਕ। ਸੌਖਾ ਕੁਐਸਚਨ ਆ, ਅਸੀਂ ਰਲਵੇਂ ਮਿਲਵੇਂ ਕੁਐਸਚਨਸ ਕਰ ਰਹੇ ਹਾਂ। ਤੁਸੀਂ ਪੇਪਰ 'ਚ ਵੀ ਦੇਖਿਆ ਹੋਊ ਉਸੇ ਫਾਰਮੈਟ ਦੇ ਤਹਿਤ ਕਿ ਕੁਝ ਕੁ ਕੁਐਸਚਨਸ ਬੜੇ ਈਜ਼ੀਲੀ ਸੌਖੇ ਆਉਂਦੇ ਨੇ ਕਿ ਜਲਿਆਂਵਾਲਾ ਬਾਗ ਕਿੱਥੇ ਆ, ਟਾਈਪ ਇਸ ਤਰ੍ਹਾਂ ਦੇ ਕੁਐਸਚਨਸ ਹਨ। ਕੁਝ ਕੁਐਸਚਨਸ ਅੱਛੇ ਸਟੈਂਡਰਡ ਦੇ ਜਾਂ ਅੱਛੇ ਔਖੇ ਕੁਐਸਚਨਸ ਕਹਿ ਸਕਦੇ ਆ, ਉਹ ਆਉਂਦੇ ਨੇ। ਤਾਂ ਗੁਰੂ ਨਾਨਕ ਸਾਹਿਬ ਸਿੱਖੀਜ਼ਮ ਦੇ ਪਹਿਲੇ ਗੁਰੂ ਸੰਸਥਾਪਕ ਗੁਰੂ ਨਾਨਕ ਸਾਹਿਬ ਦੀ ਜਿਹੜਾ ਹੈਗਾ ਜਨਮ, ਉਹ ਤਲਵੰਡੀ, ਰਾਏ ਭੋਏ ਕੀ ਤਲਵੰਡੀ, ਰਾਏ ਭੋਏ ਕੀ ਤਲਵੰਡੀ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਨਮ ਹੁੰਦਾ, ਜਿਹੜਾ ਕਿ ਅੱਜ ਪਾਕਿਸਤਾਨ ਆ। ਤੇ ਨਵਾਂ ਨਾਮ ਇਸ ਜਗ੍ਹਾ ਦਾ ਕੀ ਆ? ਨਨਕਾਣਾ ਸਾਹਿਬ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਅੱਗੇ ਹੈ ਜੀ, the Sikh military section the Khalsa was introduced by। basically ਖਾਲਸਾ ਦੀ ਸਥਾਪਨਾ ਕਿਸ ਨੇ ਕੀਤੀ, ਹਨਾ। ਤੇ ਇੱਥੇ ਸਾਡੇ ਸਾਹਮਣੇ ਜਿਹੜੀਆਂ ਆਪਸ਼ਨਸ ਨੇ, ਸੌਖਾ ਕੁਐਸਚਨ ਆ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਜਿਹੜੀ ਹੈਗੀ ਆ ਸਥਾਪਨਾ ਉਹ ਕੀਤੀ ਆ, ਗੁਰੂ ਗੋਬਿੰਦ ਸਿੰਘ ਜੀ। ਠੀਕ ਹੈ ਜੀ, ਤੁਸੀਂ ਜਾਣਦੇ ਹੋ ਆਨੰਦਪੁਰ ਦੇ ਵਿੱਚ, ਹਨਾ, 1699 ਦੇ ਵਿੱਚ 13 ਅਪ੍ਰੈਲ 1699 ਵਿਸਾਖੀ ਵਾਲੇ ਦਿਨ ਬਹੁਤ ਵੱਡਾ ਇਕੱਠ ਕੀਤਾ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਸਟੇਜ ਤੇ ਆਉਂਦੇ ਨੇ, ਪੰਜ ਪਿਆਰਿਆਂ ਨੂੰ ਬੁਲਾਉਂਦੇ ਨੇ, ਹਨਾ। ਫਿਰ ਉਸ ਤੋਂ ਬਾਅਦ ਖੰਡੇ ਦਾ ਜਿਹੜਾ ਹੈਗਾ ਪੌਲ ਤਿਆਰ ਕੀਤਾ ਜਾਂਦਾ ਤੇ ਫਿਰ ਅੰਮ੍ਰਿਤ ਛਕਾਇਆ ਜਾਂਦਾ ਤੇ ਛਕਿਆ ਜਾਂਦਾ। ਤੇ ਸਾਰੇ ਜਿਹੜੇ ਹੈਗੇ ਆ ਜਾਤ ਪਾਤ ਨੂੰ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇਕੱਠਾ ਰਲਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਜਾਂਦੀ ਹੈ। ਠੀਕ ਹੈ ਜੀ, ਤਾਂ ਅੱਗੇ ਚੱਲਦੇ ਹਾਂ ਜੀ। ਜ਼ਫਰਨਾਮਾ, ਜ਼ਫਰਨਾਮਾ ਕਿਸ ਨੇ ਲਿਖਿਆ? ਇਹ ਬਹੁਤ ਇੰਪੋਰਟੈਂਟ ਹੈ ਜੀ। ਫਾਰਸੀ ਭਾਸ਼ਾ ਦੇ ਵਿੱਚ ਲਿਖੀ ਗਈ ਚਿੱਠੀ ਹੈ, ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖੀ ਸੀਗੀ। ਇਸ ਚਿੱਠੀ ਦੇ ਵਿੱਚ ਉਹਨਾਂ ਨੂੰ ਅਹਿਸਾਸ ਕਰਾਇਆ ਗਿਆ ਕਿ ਉਹਨਾਂ ਨੇ ਕਿੰਨੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ, ਹਨਾ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਚੜ੍ਹਦੀ ਕਲਾ ਦਾ ਜਿਹੜਾ ਹੈਗਾ ਉਹ ਸੰਦੇਸ਼ ਦਿੱਤਾ ਔਰੰਗਜ਼ੇਬ ਨੂੰ ਕਿ ਤੁਸੀਂ ਕਿੰਨੇ ਵੀ ਜ਼ੁਲਮ ਕਰੋ, ਅਸੀਂ ਜਿਹੜੇ ਹੈਗੇ ਆ ਤੁਹਾਡੇ ਸਾਹਮਣੇ ਡਟ ਕੇ ਖੜਾਂਗੇ। ਦੀਨਾ ਕਾਂਗੜ ਵਿਖੇ ਇਹ ਜ਼ਫਰਨਾਮਾ ਲਿਖਿਆ ਗਿਆ ਸੀਗਾ। ਇੱਕ ਚਿੱਠੀ ਆ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਆ। ਤਾਂ ਇਹਦੀ ਸਹੀ ਆਪਸ਼ਨ ਕੀ ਆ? ਸੀ ਆਪਸ਼ਨ ਇਹਦੀ ਸਹੀ ਆਪਸ਼ਨ ਆ ਜੀ। ਠੀਕ ਹੈ ਜੀ, ਨੈਕਸਟ ਕੁਐਸਚਨ ਹੈਗਾ ਜੀ, ਇਬਨ ਬਤੂਤਾ। ਇਬਨ ਬਤੂਤਾ ਇੱਕ ਵਿਦੇਸ਼ੀ ਆ ਜੀ, ਵਿਦੇਸ਼ੀ ਯਾਤਰੀ ਆ। ਇਬਨ ਬਤੂਤਾ ਕਿੱਥੋਂ ਆਇਆ ਸੀ? ਤਾਂ ਇਹ ਅਫਰੀਕੀ ਸ਼ਹਿਰ ਮੋਰਾਕੋ ਤੋਂ ਆਇਆ ਸੀਗਾ ਜੀ। ਇਬਨ ਬਤੂਤਾ, ਇਬਨ ਬਤੂਤਾ ਅਫਰੀਕੀ ਸ਼ਹਿਰ ਮੋਰਾਕੋ ਤੋਂ ਆਇਆ ਸੀ। ਦਿੱਲੀ ਸਲਤਨਤ ਦੇ ਰਾਜ ਵੇਲੇ ਇਹ ਆਇਆ ਸੀਗਾ। ਠੀਕ ਹੈ ਜੀ, ਅੱਗੇ ਜੀ, ਮੁਹੰਮਦ ਬਿਨ ਤੁਗਲਕ ਵਾਜ਼ ਪ੍ਰੋਫੀਸ਼ੀਐਂਟ ਇਨ। ਇਹਦੇ ਚ ਨਿਪੁੰਨ ਸੀਗਾ ਮੁਹੰਮਦ ਬਿਨ ਤੁਗਲਕ। ਵੈਸੇ ਤਾਂ ਮੁਹੰਮਦ ਬਿਨ ਤੁਗਲਕ ਚ ਬੜੇ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਨਿਪੁੰਨ ਸੀ। ਚਾਹੇ ਤੁਸੀਂ ਕਿਤੇ ਨਾ ਕਿਤੇ ਗੱਲ ਕਰ ਸਕਦੇ ਹੋ, ਤੁਸੀਂ ਜਿਹੜਾ ਹੈਗਾ ਉਹਦੀ ਸਾਇੰਸ ਨੂੰ ਲੈ ਕੇ, ਉਹਦੀ ਫਿਲਾਸਫੀ ਨੂੰ ਲੈ ਕੇ ਬੜੀਆਂ ਸਾਰੀਆਂ ਚੀਜ਼ਾਂ 'ਚ ਨਿਪੁੰਨ ਸੀ, ਕਿਉਂਕਿ ਪੜ੍ਹਿਆ ਲਿਖਿਆ ਬਹੁਤ ਸੀ ਰਾਜਾ ਇਹ। ਪਰ ਸਾਡੀ ਹਿਸਟਰੀ ਦੇ ਵਿੱਚ ਇਸ ਪੜ੍ਹੇ ਲਿਖੇ ਰਾਜੇ ਨੂੰ ਮੂਰਖ ਵੀ ਕਿਹਾ ਜਾਂਦਾ। ਪੜ੍ਹਿਆ ਲਿਖਿਆ ਮੂਰਖ, ਕਿਉਂਕਿ ਉਹਦੇ ਕੁਝ ਕੈਸੇ ਫੈਸਲੇ ਸੀ, ਜਿਵੇਂ ਕਿ ਤੁਸੀਂ ਗੱਲ ਕਰ ਸਕਦੇ ਹੋ ਕਿ ਰਾਜਧਾਨੀ ਨੂੰ ਬਦਲਣਾ, ਕਰੰਸੀ ਨੂੰ ਚੇਂਜ ਕਰਨਾ, ਟੈਕਸ ਵਧਾਤੇ ਸੀ ਦਬਾਅ ਦੇ ਵਿੱਚ, ਵਗੈਰਾ ਵਗੈਰਾ, ਹਨਾ। ਤਾਂ ਇੱਥੇ ਜਿਹੜੀ ਸਹੀ ਆਪਸ਼ਨ ਹੈਗੀ ਆ ਉਹ ਆਪਸ਼ਨ ਹੈਗੀ ਆ ਦਰਸ਼ਨ। ਦਰਸ਼ਨ ਕੀ ਹੁੰਦਾ? ਫਿਲਾਸਫੀ। ਉਹ ਇੱਕ ਅੱਛਾ ਫਿਲਾਸਫਰ ਸੀਗਾ, ਹਨਾ। ਵੈਸੇ ਇਹਦੇ ਤੋਂ ਬਿਨਾਂ ਵੀ ਉਹਦੇ ਚ ਕਈ ਸਾਰੇ ਗੁਣ ਸੀ। ਤਾਂ ਇਸ ਕੁਐਸਚਨ ਦੇ ਵਿੱਚ ਜਿਹੜਾ ਸਹੀ ਆਨਸਰ ਆ ਉਹ ਫਿਲਾਸਫੀ ਆਨਸਰ ਆ। ਇਬਨ ਬਤੂਤਾ, ਹੁਣੇ ਆਪਾਂ ਇਹਦੇ ਬਾਰੇ ਗੱਲ ਕਰਕੇ ਹਟੇ ਆ। ਵਿਜ਼ਿਟਡ ਇੰਡੀਆ ਡਿਊਰਿੰਗ ਦੀ ਰੀਜਨ ਆਫ, ਕਿਹਦੇ ਸ਼ਾਸਨ ਕਾਲ ਦੇ ਵਿੱਚ ਇਬਨ ਬਤੂਤਾ ਇੱਥੇ ਆਇਆ ਸੀ? ਤਾਂ ਇਬਨ ਬਤੂਤਾ ਮੁਹੰਮਦ ਬਿਨ ਤੁਗਲਕ ਦੇ ਸ਼ਾਸਨ ਕਾਲ ਦੇ ਸਮੇਂ ਭਾਰਤ ਆਇਆ ਸੀ। ਦਿੱਲੀ ਦਾ ਉਹਨੂੰ ਕਾਜੀ ਵੀ ਨਿਯੁਕਤ ਕੀਤਾ ਗਿਆ ਸੀ ਮੁਹੰਮਦ ਬਿਨ ਤੁਗਲਕ ਦੇ ਦੁਆਰਾ। ਤਾਂ ਮੁਹੰਮਦ ਬਿਨ ਤੁਗਲਕ ਦੇ ਰਾਜ ਦੇ ਵਿੱਚ ਉਹ ਇੱਥੇ ਭਾਰਤ ਦੇ ਵਿੱਚ ਆਇਆ ਸੀ। ਅੱਗੇ ਜੀ, ਆਫਟਰ ਦਾ ਡੈਥ ਆਫ ਰਾਜਾ ਰਾਮ
in 17 AD, Marathas continued the war against the Mughal under his brave wife. ਬੇਸਿਕਲੀ ਮਰਾਠਿਆਂ ਦੀ ਹਿਸਟਰੀ ਹੈ ਜਿਹੜੀ ਉਹ ਮਾਸਟਰ ਕੇਡਰ ਚ ਨਹੀਂ ਪਰ ਲੈਕਚਰਰ ਕੇਡਰ ਚ ਕਦੇ ਨਾ ਕਦੇ ਕੁਐਸਚਨ ਆ ਜਾਂਦਾ, ਤਾਂ ਉਸ ਪੁਆਇੰਟ ਆਫ ਵਿਊ ਤੋਂ ਇਹ ਕੁਐਸਚਨ ਆ। ਤਾਂ 1700 ਈਸਵੀ ਦੇ ਵਿੱਚ ਰਾਜਾ ਰਾਮ ਦੀ ਮੌਤ ਤੋਂ ਬਾਅਦ ਮਰਾਠਿਆਂ ਨੇ ਮੁਗਲਾਂ ਵਿਰੁੱਧ ਜੰਗ ਜਾਰੀ ਰੱਖੀ। ਤਾਂ ਇਹ ਬਹੁਤ ਇੰਪੋਰਟੈਂਟ ਆ। ਤਾਰਾਬਾਈ ਰਾਜਾ ਰਾਮ ਦੀ ਪਤਨੀ ਸੀ। ਤਾਰਾਬਾਈ ਨੇ ਜਿਹੜੀ ਅਗਵਾਈ ਦਿੱਤੀ ਸੀਗੀ ਆਪਣਾ ਮੁਗਲਾਂ ਦੇ ਵਿਰੁੱਧ ਜੰਗ ਦੇ ਵਿੱਚ ਮਰਾਠਿਆਂ ਨੂੰ। ਤਾਂ ਤਾਰਾਬਾਈ ਇਹਦੀ ਸਹੀ ਆਪਸ਼ਨ ਹੈਗੀ ਹੈ ਜੀ। ਅੱਗੇ ਚੱਲਦੇ ਹਾਂ। ਨੈਕਸਟ ਹੈਗਾ ਜੀ ਯੂਰਪੀਅਨ ਸ਼ਕਤੀ ਦੀ ਪਛਾਣ ਕਰੋ ਜਿਸ ਤੋਂ ਸ਼ਿਵਾਜੀ ਨੇ ਤੋਪਾਂ ਤੇ ਅਸਲਾ ਪ੍ਰਾਪਤ ਕੀਤਾ ਸੀਗਾ। ਇਹ ਬਹੁਤ ਇੰਪੋਰਟੈਂਟ ਆ। ਫ੍ਰੈਂਚ, ਪੋਰਤੁਗੀਜ਼, ਡੱਚ ਤੇ ਇੰਗਲਿਸ਼। ਬੇਸਿਕਲੀ ਪੁਰਤਗਾਲੀਆਂ ਤੋਂ ਪੁਰਤਗਾਲੀਆਂ ਤੋਂ ਹੀ ਜਿਹੜਾ ਹੈਗਾ ਮਰਾਠਿਆਂ ਨੇ ਅਸਲਾ ਤੋਪਾਂ ਪ੍ਰਾਪਤ ਕੀਤੀਆਂ ਸੀਗੀਆਂ ਮੁਗਲਾਂ ਦੇ ਵਿਰੁੱਧ ਲੜਨ ਲਈ ਵੀ ਤੇ ਖਾਸ ਕਰਕੇ ਅੰਗਰੇਜ਼ਾਂ ਦੇ ਪ੍ਰਭਾਵ ਨੂੰ ਵੀ ਘਟਾਉਣ ਲਈ, ਹਨਾ। ਤਾਂ ਪੁਰਤਗੀਜ਼ ਸਹੀ ਆਪਸ਼ਨ ਹੈਗੀ ਹੈ ਜੀ ਇੱਥੇ। ਨੈਕਸਟ ਹੈਗਾ ਜੀ ਸ਼ਿਵਾਜੀ ਨੇ ਕਿਹੜੀ ਸੰਧੀ ਦੇ ਦੁਆਰਾ ਮੁਗਲਾਂ ਨੂੰ ਕਿਲੇ ਸੌਂਪੇ ਸੀਗੇ। ਤਾਂ ਕੀ ਸੀ ਕਿ ਸ਼ਿਵਾਜੀ ਜਦੋਂ ਸੂਰਤ ਦੀ ਲੁੱਟ ਹੁੰਦੀ ਆ ਤੇ ਮੁਗਲ ਵੀ ਹਮਲਾ ਕਰਦੇ ਨੇ ਤਾਂ ਉਸ ਸਮੇਂ ਦੇ ਦਰਮਿਆਨ ਇੱਕ ਸੰਧੀ ਹੁੰਦੀ ਆ ਮੁਗਲਾਂ ਦੇ ਤੇ ਮਰਾਠਿਆਂ ਦੇ ਵਿਚਕਾਰ, ਸ਼ਿਵਾਜੀ ਤੇ ਮਰਾਠਿਆਂ ਦੇ ਵਿਚਕਾਰ, ਠੀਕ ਹੈ ਜੀ। ਇਸ ਸੰਧੀ ਦੇ ਨਾਲ ਸ਼ਿਵਾਜੀ ਨੇ ਕੁਝ ਕਿਲੇ ਜਿਹੜੇ ਮੁਗਲਾਂ ਨੂੰ ਦੇ ਦਿੱਤੇ ਸੀ। ਤੇ ਇਹ ਸੰਧੀ ਕਿਹੜੀ ਸੀ? ਇਹ ਸੀਗੀ ਜੀ ਪੁਰੰਦਰ ਦੀ ਸੰਧੀ। ਮਰਾਠਾ ਹਿਸਟਰੀ ਚੋਂ ਕੁਐਸਚਨ ਆ। 11 ਜੂਨ 1665 ਨੂੰ ਇਹ ਸੰਧੀ ਹੋਈ ਸੀਗੀ ਜੀ। ਪੁਰੰਦਰ ਦੀ ਸੰਧੀ ਬਹੁਤ ਮਸ਼ਹੂਰ ਸੰਧੀ ਆ ਇਹ। ਇਸੇ ਸੰਧੀ ਅਧੀਨ ਮਰਾਠਿਆਂ ਨੇ ਮੁਗਲਾਂ ਨੂੰ ਕੁਝ ਕਿਲੇ ਸੌਂਪਤੇ ਸੀਗੇ। ਅੱਗੇ ਚੱਲਦੇ ਹਾਂ ਜੀ। ਮਹਾਤਮਾ ਗਾਂਧੀ ਨੂੰ ਜਦੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਨਮਕ ਸੱਤਿਆਗ੍ਰਹਿ ਉਹੀ ਸੱਤਿਆਗ੍ਰਹਿ ਜੋ ਡਾਂਡੀ ਮਾਰਚ ਜੋ ਕੀਤਾ ਸੀਗਾ ਮਹਾਤਮਾ ਗਾਂਧੀ ਨੇ ਸਿਵਲ ਨਾਫਰਮਾਨੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਜਿਹੜੇ ਸੱਤਿਆਗ੍ਰਹਿ ਤੋਂ, ਨਮਕ ਸੱਤਿਆਗ੍ਰਹਿ। ਤਾਂ ਮਹਾਤਮਾ ਗਾਂਧੀ ਨੇ ਜਦੋਂ ਨਮਕ ਸੱਤਿਆਗ੍ਰਹਿ ਅਧੀਨ ਗ੍ਰਿਫਤਾਰ ਕਰ ਲਿਆ ਤਾਂ ਇਸ ਅੰਦੋਲਨ ਦੀ ਸੱਤਿਆਗ੍ਰਹਿ ਦੀ ਸ਼ੁਰੂਆਤ ਕਿਸਨੇ ਕੀਤੀ ਸੀ? ਉਸ ਤੋਂ ਬਾਅਦ ਜਿਹੜੀ ਅਗਵਾਈ ਕਿਸਨੇ ਕੀਤੀ ਸੀਗੀ? ਤਾਂ ਇਹਦੀ ਸਹੀ ਆਪਸ਼ਨ ਹੈਗੀ ਹੈ ਜੀ ਅਬਾਸ ਤਾਇਬ ਜੀ। ਸੀ ਆਪਸ਼ਨ ਇਹਦੀ ਸਹੀ ਆਪਸ਼ਨ ਆ ਜੀ। ਅਬਾਸ ਤਾਇਬ ਜੀ ਨੇ ਜਿਹੜਾ ਹੈਗਾ ਸੱਤਿਆਗ੍ਰਹਿ ਦੇ ਵੇਲੇ ਜਦੋਂ ਗਾਂਧੀ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਸ ਤੋਂ ਬਾਅਦ ਉਹਦੀ ਅਗਵਾਈ ਕੀਤੀ ਸੀਗੀ, ਠੀਕ ਹੈ ਜੀ। ਅੱਗੇ ਹੈਗਾ ਜੀ ਪੂਰਨ ਸਵਰਾਜ ਦੀ ਮੰਗ ਕਾਂਗਰਸ ਨੇ ਕਿਹੜੇ ਸੈਸ਼ਨ ਦੇ ਵਿੱਚ ਕੀਤੀ? ਠੀਕ ਹੈ ਜੀ। ਤਾਂ ਪੂਰਨ ਸਵਰਾਜ ਦੀ ਮੰਗ ਜਿਹੜੀ ਹੈਗੀ ਆ ਲਾਹੌਰ ਸੈਸ਼ਨ ਦੇ ਵਿੱਚ ਕੀਤੀ ਸੀ ਕਾਂਗਰਸ ਨੇ। 1930 ਚ ਇਹ ਸੈਸ਼ਨ ਹੋਇਆ ਸੀ। ਜਵਾਹਰ ਲਾਲ ਨਹਿਰੂ ਇਹਦੇ ਪ੍ਰਧਾਨ ਸੀਗੇ, ਠੀਕ ਹੈ ਜੀ। ਉੱਥੇ ਪੂਰਨ ਸਵਰਾਜ ਦੀ ਮੰਗ ਕੀਤੀ ਗਈ ਸੀ ਲਾਹੌਰ ਸੈਸ਼ਨ ਦੇ ਵਿੱਚ। ਇੰਪੋਰਟੈਂਟ ਕੁਐਸਚਨ ਆ ਇਹ। ਨੈਕਸਟ ਚੱਲਦੇ ਹਾਂ ਜੀ। ਹੂ ਵਾਸ ਦਾ ਲੀਡਰ ਆਫ ਬਾਰਦੌਲੀ ਸੱਤਿਆਗ੍ਰਹਿ? ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। SSC ਚ ਕਈ ਵਾਰੀ ਇਹ ਕੁਐਸਚਨ ਆਇਆ ਹੋਇਆਗਾ। ਆਪਸ਼ਨਸ ਨੇ ਸਾਡੇ ਕੋਲੇ। ਬੇਸਿਕਲੀ ਕੁਐਸਚਨ ਕੀ ਹੈ ਪੰਜਾਬੀ ਮੀਡੀਅਮ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਬਾਰਦੌਲੀ ਸੱਤਿਆਗ੍ਰਹਿ ਦਾ ਆਗੂ ਕੌਣ ਸੀਗਾ? ਹਨਾ, ਡਾਕਟਰ ਰਾਜਿੰਦਰ ਪ੍ਰਸਾਦ, ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਆਚਾਰਿਆ JB ਕਿਰਪਲਾਨੀ। ਤਾਂ ਇਹਦੀ ਸਹੀ ਆਪਸ਼ਨ ਹੈਗੀ ਆ ਜੀ ਸਰਦਾਰ ਵੱਲਭ ਭਾਈ ਪਟੇਲ। ਸਰਦਾਰ ਵੱਲਭ ਭਾਈ ਪਟੇਲ ਨੂੰ ਜੇ ਅਸੀਂ ਆਜ਼ਾਦੀ ਸੰਘਰਸ਼ ਤੋਂ ਬਿਨਾਂ ਦੇਖ ਗਏ ਤਾਂ ਇਹ ਬਹੁਤ ਅੱਛੇ ਕਿਸਾਨ ਆਗੂ ਸੀ। ਤਾਂ ਇਸ ਅੰਦੋਲਨ ਨਾਲ ਵੀ ਇਹਨਾਂ ਨੇ ਲੀਡ ਕੀਤੀ ਸੀ ਇਸ ਅੰਦੋਲਨ ਨੂੰ। ਤਾਂ ਸਰਦਾਰ ਵੱਲਭ ਭਾਈ ਪਟੇਲ ਸਹੀ ਆਪਸ਼ਨ ਹੁੰਦੀ ਆ। ਅੱਗੇ ਹੈਗੇ ਆ ਜੀ ਇੱਕ ਕੋਟੇਸ਼ਨ ਆ ਗੋ ਬੈਕ ਟੂ ਵੇਦਾਸ ਵੱਲ ਮੁੜੋ। ਬੇਸਿਕਲੀ ਕਨਸੈਪਟ ਕੀ ਇੱਥੇ ਸਮਝਾਇਆ ਜਾ ਰਿਹਾ ਕਿ ਜੋ ਵੈਦਿਕ ਇਰਾ, ਜੋ ਆਪਾਂ ਕਲਾਸਿਸ ਦੇ ਵਿੱਚ ਪਿਛਲੀਆਂ ਕਲਾਸਾਂ ਦੇ ਵਿੱਚ ਹੀ ਵੈਦਿਕ ਇਰਾ ਨੂੰ ਪੜ੍ਹ ਕੇ ਹਟੇ, ਤਾਂ ਜੋ ਵੈਦਿਕ ਇਰਾ ਵੇਦਾਂ ਦੀ ਸ੍ਰੇਸ਼ਟਤਾ ਨੂੰ ਮੰਨੋ ਕਿ ਅੱਜ ਦੀ ਮਾਡਰਨ ਲਾਈਫ ਨੂੰ ਛੱਡ ਕੇ ਜੋ ਸਾਡੀਆਂ ਬੇਸਿਕਸ ਨੇ, ਰੂਟਸ ਨੇ, ਉਹਨਾਂ ਰੂਟਸ ਨੂੰ ਅਸੀਂ ਮੰਨਣਾ। ਤਾਂ ਵੇਦਾਂ ਵੱਲ ਨੂੰ ਜਾਓ, ਵੇਦਾਂ 'ਚ ਜੋ ਲਾਈਫ ਸਟਾਈਲ ਦਿੱਤੇ ਉਹਨੂੰ ਅਪਣਾਓ। ਤਾਂ ਗੋ ਬੈਕ ਟੂ ਵੇਦਾਸ ਇਹ ਕਿਹਨੇ ਕਿਹਾ? ਇਹ ਦਇਆਨੰਦ ਸਰਸਵਤੀ ਨੇ ਕਿਹਾ ਜੀ, ਠੀਕ ਹੈ ਜੀ। ਆਰੀਆ ਸਮਾਜ ਜਿਨ੍ਹਾਂ ਨੇ ਜਿਹੜਾ ਹੈਗਾ ਚਲਾਇਆ ਸੀ, ਦਇਆਨੰਦ ਸਰਸਵਤੀ ਨੇ ਜਿਹੜਾ ਹੈਗਾ ਗੋ ਬੈਕ ਟੂ ਵੇਦਾਸ ਦਾ ਨਾਰਾ ਦਿੱਤਾ ਸਾਨੂੰ। ਅੱਗੇ ਨੁਖਾਲੀ ਸਥਿਤ ਹੈ। ਇਹ ਬੜਾ ਸਿੰਪਲ ਕੁਐਸਚਨ ਆ। ਬੰਗਲਾਦੇਸ਼ ਦੇ ਵਿੱਚ ਸਥਿਤ ਹੈ ਜੀ ਇਹ ਨੁਖਾਲੀ। ਈਸਟ ਬੰਗਾਲ, ਵੈਸਟ ਬੰਗਾਲ ਜਿਹੜਾ ਹੁਣ ਕਲਕੱਤਾ ਜਿੱਥੋਂ ਦੀ ਕੈਪੀਟਲ ਆ, ਇਹ ਸਾਡੇ ਇੰਡੀਆ 'ਚ ਆ ਗਿਆ। ਈਸਟ ਬੰਗਾਲ ਜੋ ਬੰਗਲਾਦੇਸ਼ ਬਣ ਗਿਆ 1971 'ਚ, ਪਹਿਲਾਂ ਪਾਕਿਸਤਾਨ ਦਾ ਹਿੱਸਾ ਸੀ। ਤਾਂ ਨੁਖਾਲੀ ਉੱਥੇ ਹੀ ਹੈ ਜੀ। ਹਾਂਜੀ,
ਮਹਾਤਮਾ ਗਾਂਧੀ ਨੂੰ ਸਭ ਤੋਂ ਪਹਿਲੀ ਵਾਰ ਸੱਤਿਆਗ੍ਰਹਿ ਦੇ ਦੌਰਾਨ ਕਿਹੜੇ ਸਾਲ 'ਚ ਗ੍ਰਿਫਤਾਰ ਕੀਤਾ ਗਿਆ ਸੀ? ਸੱਤਿਆਗ੍ਰਹਿ ਦੇ ਦੌਰਾਨ। ਤਾਂ ਇਹਦੀ ਸਹੀ ਆਪਸ਼ਨ 1908 ਆ ਜੀ। 1908 ਦੇ ਵਿੱਚ ਮਹਾਤਮਾ ਗਾਂਧੀ ਨੂੰ ਸੱਤਿਆਗ੍ਰਹਿ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਇਹ ਜਿਹੜਾ ਸੱਤਿਆਗ੍ਰਹਿ ਕੀਤਾ ਗਿਆ ਸੀ ਮਹਾਤਮਾ ਗਾਂਧੀ ਦੁਆਰਾ ਦੱਖਣੀ ਅਫਰੀਕਾ ਦੇ ਵਿੱਚ ਕੀਤਾ ਗਿਆ ਸੀਗਾ। ਬੇਸਿਕਲੀ ਇੱਕ ਪਾਸ ਨੂੰ ਲੈ ਕੇ, ਹਨਾ, ਪਾਸ ਸਮਝਦੇ ਹੋ ਨਾ ਕਿ ਐਂਟਰੀ ਕਾਰਡ, ਠੀਕ ਹੈ ਜੀ। ਤਾਂ ਉੱਥੇ ਜਿਹੜਾ ਹੈਗਾ ਰੰਗ ਨਸਲ ਦੇ ਭੇਦਭਾਵ ਸੀ, ਚਾਹੇ ਉਹ ਆਪਾਂ ਮਹਾਤਮਾ ਗਾਂਧੀ ਨੂੰ ਟ੍ਰੇਨ 'ਚੋਂ ਸਿੱਟ ਦੇਣ ਦੀ ਘਟਨਾ ਦਾ ਜ਼ਿਕਰ ਕਰੀਏ ਤਾਂ ਮਹਾਤਮਾ ਗਾਂਧੀ ਨੇ ਉੱਥੇ ਬਰਾਬਰਤਾ ਲਈ ਜਿਹੜਾ ਅੰਦੋਲਨ ਸ਼ੁਰੂ ਕੀਤਾ ਸੀ। ਤਾਂ ਉਸ ਅੰਦੋਲਨ ਦੇ ਵਿੱਚ ਜਿਹੜਾ ਹੈਗਾ 1908 ਦੇ ਵਿੱਚ ਮਹਾਤਮਾ ਗਾਂਧੀ ਨੂੰ ਸਾਊਥ ਅਫਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਸੱਤਿਆਗ੍ਰਹਿ ਦੇ ਦੌਰਾਨ। ਤਾਂ 15 ਅਗਸਤ ਨੂੰ ਭਾਰਤ ਨੂੰ ਸੱਤਾ ਤਬਦੀਲ ਕਰਨ ਦਾ ਆਧਾਰ ਕੀ ਸੀ? ਇਹ ਬੜਾ ਇੰਪੋਰਟੈਂਟ ਤੇ ਬਹੁਤ ਘੱਟ ਪੜਿਆ ਜਾਣ ਵਾਲਾ ਕੁਐਸਚਨ ਆ ਵੈਸੇ ਇਹ, ਕਿ ਅੰਗਰੇਜ਼ਾਂ ਨੇ 15 ਅਗਸਤ ਨੂੰ ਹੀ ਕਿਉਂ ਭਾਰਤ ਨੂੰ ਆਜ਼ਾਦ ਕਰਨ ਦਾ ਜਿਹੜਾ ਹੈਗਾ ਨਿਰਣਾ ਲਿਆ? ਤਾਂ ਇਹਦੇ 'ਚ ਕਾਫੀ ਸਾਰੀਆਂ ਚੀਜ਼ਾਂ ਨੇ ਜੀ। ਇਸੇ ਦਿਨ ਪੂਰਨ ਸਵਰਾਜ ਦੀ ਮੰਗ ਹੋਈ ਸੀ ਜੋ ਕਿ ਨਹੀਂ ਹੋਈ ਸੀ ਇਸ ਦਿਨ। ਇਸ ਦਿਨ ਮਹਾਤਮਾ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ। ਅੰਤਰਿਮ ਸਰਕਾਰ ਦੇ ਗਠਨ ਦੀ ਵਰ੍ਹੇਗੰਢ ਸੀ। ਐਡਮਿਰਲ ਮਾਊਂਟਬੈਟਨ ਦੇ ਅੱਗੇ ਜਾਪਾਨੀ ਸੈਨਾ ਦੇ ਸਮਰਪਣ ਦੀ ਵਰ੍ਹੇਗੰਢ ਸੀ। ਤਾਂ ਇਹ ਬੇਸਿਕਲੀ ਡੀ ਆਪਸ਼ਨ ਇਹਦੀ ਸਹੀ ਆਪਸ਼ਨ ਆ। ਐਡਮਿਰਲ ਮਾਊਂਟਬੈਟਨ ਇੰਗਲੈਂਡ ਦੇ ਰਾਜਸੀ ਘਰਾਣੇ ਨਾਲ ਸੰਬੰਧ ਇਹ ਬੰਦਾ ਜਿਸ ਨਾਲ ਜੋ ਸਾਡਾ ਲਾਸਟ ਵਾਇਸਰਾਏ ਸੀ, ਉਸ ਦੇ ਅੱਗੇ ਜਾਪਾਨੀ ਸੈਨਾ ਨੇ ਆਤਮ ਸਮਰਪਣ ਕਰਤਾ ਸੀ ਹਥਿਆਰ ਸੁੱਟਤੇ ਹੀ ਸੈਕੰਡ ਵਰਲਡ ਵਾਰ ਦੇ ਵਿੱਚ। ਤਾਂ ਉਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ 15 ਅਗਸਤ ਨੂੰ ਦੇਸ਼ ਨੂੰ ਆਜ਼ਾਦੀ ਦੀ ਗੱਲ ਕੀਤੀ। ਬੰਗਾਲ ਦਾ ਸਥਾਈ ਮਾਲ ਬੰਦੋਬਸਤ ਇਹਨਾਂ 'ਚੋਂ ਕਿਹਦੇ ਦੁਆਰਾ ਆਰੰਭ ਕੀਤਾ ਗਿਆ ਸੀਗਾ? ਬੰਗਾਲ ਦੇ ਵਿੱਚ ਸਥਾਈ ਬੰਦੋਬਸਤ ਮਤਲਬ ਕਿ ਟੈਕਸ ਪਰਮਾਨੈਂਸੀ ਲਾਤੀ ਸੀਗੀ, ਹਨਾ, ਜ਼ਿਮੀਂਦਾਰਾਂ ਨੂੰ ਹੱਕ ਦੇ ਕੇ ਪੱਕਾ ਨਿਸ਼ਚਿਤ ਕਰਤਾ ਹੈ ਟੈਕਸ। ਤਾਂ ਉਸੇ ਸੰਬੰਧ ਦੇ ਵਿੱਚ ਇਹ ਕੁਐਸਚਨ ਆ। ਕਲਾਈਵ, ਹਿੰਸਟਿੰਗਸ, ਵੈਜ਼ਲੀ ਤੇ ਕਾਰਨਵਾਲਿਸ। ਤਾਂ ਇਹਦੀ ਸਹੀ ਆਪਸ਼ਨ ਹੈਗੀ ਹੈ ਜੀ ਕਾਰਨਵਾਲਿਸ, ਠੀਕ ਹੈ ਜੀ। ਡੀ ਆਪਸ਼ਨ ਇਹਦੀ ਸਹੀ ਆਪਸ਼ਨ ਹੈਗੀ ਹੈ। ਫਿਰ ਅੱਗੇ ਚੱਲਦੇ ਹਾਂ ਜੀ। ਫਾਦਰ ਆਫ ਐਕਸਟ੍ਰੀਮਿਸਟ ਮੂਵਮੈਂਟ ਇਨ ਇੰਡੀਆ, ਗਰਮ ਦਲ ਦਾ ਨੇਤਾ ਕੌਣ ਸੀ? ਠੀਕ ਹੈ ਜੀ। ਇਹਨਾਂ ਚਾਰਾਂ ਦੇ ਵਿੱਚੋਂ ਤਾਂ ਤੁਸੀਂ ਜਾਣਦੇ ਹੋ ਬਾਲ ਗੰਗਾਧਰ ਤਿਲਕ, ਬਾਲ, ਪਾਲ ਤੇ ਲਾਲ, ਲਾਲਾ ਲਾਜਪਤ ਰਾਏ, ਬਿਪਨ ਚੰਦਰ ਪਾਲ, ਬਾਲ ਗੰਗਾਧਰ ਤਿਲਕ। ਇਹ ਤਿੰਨ ਨੇਤਾ ਜਿਹੜੇ ਹੈਗੇ ਆ ਗਰਮ ਦਲ ਦੇ ਨੇਤਾ ਸੀ ਕਾਂਗਰਸ ਚੋਂ। ਤਾਂ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਆਨਸਰ ਆਉਂਦਾ ਗਾ ਉਹ ਬਾਲ ਗੰਗਾਧਰ ਤਿਲਕ ਹੀ ਆਉਂਦਾ ਗਾ। ਤਾਂ ਸਹੀ ਆਨਸਰ ਹੈ ਜੀ ਡੀ। ਅੱਗੇ ਚੱਲਦੇ ਹਾਂ ਜੀ। ਗਾਂਧੀ ਜੀ ਨੇ ਕਿਸ ਸਿਧਾਂਤ ਜਾਂ ਯੰਤਰ ਰਾਹੀਂ ਆਰਥਿਕ ਸਮਾਨਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ? ਇਹ ਗਾਂਧੀ ਦੀ ਫਿਲਾਸਫੀ ਚੋਂ ਕੁਐਸਚਨ ਆ ਜੀ, ਕਿ ਜੋ ਭਾਰਤੀ ਸਮਾਜ ਦੇ ਵਿੱਚ ਆਰਥਿਕ ਤੌਰ ਤੇ ਅਸਮਾਨਤਾਵਾਂ ਨੇ ਉਹਨਾਂ ਨੂੰ ਗਾਂਧੀ ਜੀ ਨੇ ਕਿਵੇਂ ਦੂਰ ਕਰਨ ਦੀ ਕੋਸ਼ਿਸ਼ ਕੀਤੀ? ਮਸ਼ੀਨਰੀ ਦਾ ਖਾਤਮਾ, ਪਿੰਡਾਂ ਦੇ ਉਦਯੋਗ ਦੀ ਸਥਾਪਨਾ, ਭਰੋਸੇਯੋਗ ਸਿਧਾਂਤ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਇਹਦੇ 'ਚ ਸਹੀ ਆਪਸ਼ਨ ਹੈਗੀ ਆ ਜੀ ਸੀ, ਟਰਸਟੀਸ਼ਿਪ ਥਿਊਰੀ। ਇਹਦੇ 'ਚ ਕੀ ਹੈ ਜੀ, ਇਹਨੂੰ ਪੰਜਾਬੀ 'ਚ ਅਮਾਨਤਦਾਰੀ ਸਿਸਟਮ ਵੀ ਕਿਹਾ ਜਾਂਦਾ। ਗਾਂਧੀ ਜੀ ਦਾ ਕੀ ਕਨਸੈਪਟ ਸੀ ਕਿ ਜੋ ਅਮੀਰ ਲੋਕ ਨੇ, ਜਿੰਨੇ ਧਨ ਦੀ ਉਹਨਾਂ ਨੂੰ ਲੋੜ ਆ, ਉਹਦੇ ਤੋਂ ਬਿਨਾਂ ਜਿਹੜਾ ਬਾਕੀ ਧਨ ਆ ਉਹਨਾਂ ਕੋਲੇ, ਤਾਂ ਉਹ ਇਹੀ ਸਮਝਣ ਕਿ ਇਹ ਧਨ ਗਰੀਬਾਂ ਦੀ ਅਮਾਨਤ ਆ। ਇਹ ਧਨ ਗਰੀਬਾਂ ਦੀ ਅਮਾਨਤ ਆ, ਜਦੋਂ ਉਹਨਾਂ ਨੂੰ ਜ਼ਰੂਰਤ ਪਊਗੀ ਅਸੀਂ ਉਹਨਾਂ ਨੂੰ ਦੇਵਾਂਗੇ। ਤਾਂ ਇਹ ਟਰਸਟਿਸ਼ਿਪ ਥਿਊਰੀ ਹੈ ਇਹ ਬੇਸਿਕਲੀ ਗਾਂਧੀ ਜੀ ਨੇ। ਉਹ ਕਹਿੰਦੇ ਸੀ ਇਸੇ ਦੇ ਨਾਲ ਹੀ ਅਸਮਾਨਤਾਵਾਂ ਦੂਰ ਹੋਣਗੀਆਂ, ਠੀਕ ਹੈ ਜੀ। ਹਾਂਜੀ, ਇੰਪੋਰਟੈਂਟ ਕੁਐਸਚਨ ਆ। ਸਿਵਲ ਡਿਸਓਬੀਡੈਂਸ, ਸਿਵਲ ਨਾਫਰਮਾਨੀ, ਜਿਹਦੀ ਸ਼ੁਰੂਆਤ ਗਾਂਧੀ ਜੀ ਨੇ ਨਮਕ ਸੱਤਿਆਗ੍ਰਹਿ ਤੋਂ ਕੀਤੀ ਆ, ਹਨਾ। ਤਾਂ ਗਾਂਧੀ ਜੀ ਨੂੰ ਇਹ ਇਨਸਪੀਰੇਸ਼ਨ ਕਿੱਥੋਂ ਮਿਲੀ, ਕਿੱਥੋਂ ਆਈਡੀਆ ਮਿਲਿਆ ਕਿ ਇਸ ਤਰੀਕੇ ਨਾਲ ਵੀ ਕੁਝ ਹੋ ਸਕਦਾ? ਤਾਂ ਇਹਦੀ ਸਹੀ ਆਪਸ਼ਨ ਹੈਗੀ ਆ ਏ, ਥਿਓਰੋ। ਸਹੀ ਆਪਸ਼ਨ ਹੈਗੀ ਇਹਦੀ ਏ, ਥਿਓਰੋ। ਤਾਂ ਇਹ ਇੱਕ ਰਾਈਟਰ ਆ ਜਿਸ ਦੀ ਬੁੱਕ ਪੜ੍ਹ ਕੇ ਗਾਂਧੀ ਜੀ ਨੂੰ ਇਹ ਅੰਦਾਜ਼ਾ ਆਇਆ ਸੀ ਕਿ ਸਿਵਲ ਨਾਫਰਮਾਨੀ, ਸਿਵਲ ਡਿਸਓਬੀਡੈਂਸ ਵੀ ਇੱਕ ਅੰਦੋਲਨ ਇਸ ਤਰੀਕੇ ਦਾ ਕੀਤਾ ਜਾ ਸਕਦਾ ਹੈ, ਠੀਕ ਹੈ ਜੀ। ਸਹੀ ਪਹੁੰਚ ਰਹੇ ਆ ਵੀ ਸਭ ਤੱਕ? ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ? ਜਿੱਥੇ ਕਿਸੇ ਕੁਐਸਚਨਸ ਦੇ ਵਿੱਚ ਤੁਹਾਨੂੰ ਕੋਈ ਕਨਫਿਊਜ਼ਨ ਲੱਗੇ ਕਿ ਵੀ ਜੀ ਐਂ ਕਿਉਂ ਨਹੀਂ, ਕਿਵੇਂ ਨਹੀਂ, ਹਨਾ, ਤਾਂ ਤੁਸੀਂ ਕਮੈਂਟ ਕਰਕੇ ਉਹਦਾ ਜ਼ਰੂਰ ਪੁੱਛਣਾ। ਅੱਗੇ ਚੱਲਦੇ ਹਾਂ ਆਪਾਂ। ਹਾਂਜੀ, ਦ ਫਸਟ ਇੰਡੀਅਨ ਸਿਲੈਕਟਡ ਫॉर ਇੰਡੀਅਨ ਸਿਵਲ ਸਰਵਿਸਿਜ਼, ਠੀਕ ਹੈ ਜੀ, ICS। ਤਾਂ ਕੌਣ ਸੀ ਵੀ ਪਹਿਲਾ ਇੰਡੀਅਨ ਸਿਵਲ ਸਰਵਿਸਿਜ਼? ਇਹਨਾਂ ਚਾਰਾਂ ਦੇ ਵਿੱਚੋਂ ਸਤਿੰਦਰਨਾਥ ਟੈਗੋਰ, ਸਰੋਜਨੀ ਨਾਇਡੂ, ਲਾਲਾ ਲਾਜਪਤ ਰਾਏ, C.R. ਦਾਸ। ਤਾਂ ਇਹਨਾਂ ਚੋਂ ਸਹੀ ਆਪਸ਼ਨ ਹੈਗੇ ਆ ਜੀ ਸਤਿੰਦਰਨਾਥ ਟੈਗੋਰ। ਇਹ ਆਪਸ਼ਨ ਸਹੀ ਆਪਸ਼ਨ ਹੈ ਜੀ ਇਹਨਾਂ ਚੋਂ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ। ਨੈਕਸਟ ਹੈਗਾ ਜੀ
System of communal electoral in India was first introduced. ਜਾਤ ਪਾਤ ਫਿਕਰੂ ਆਧਾਰ ਤੇ ਚੋਣਾਂ ਦਾ ਪ੍ਰਬੰਧ ਸਭ ਤੋਂ ਪਹਿਲਾਂ ਕਦੋਂ ਇੰਟਰੋਡਿਊਸ ਕਰਿਆ ਕੀਤਾ ਗਿਆ? ਤਾਂ ਇਹ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਇਹ 1909 ਦੇ ਮਿੰਟੋ ਮਾਰਲੇ ਜਿਹੜੇ ਸਿਧਾਂਤ ਨੇ ਉਹਨਾਂ ਦੇ ਵਿੱਚ ਕਾਸਟ ਬੇਸ ਧਰਮ ਬੇਸ ਤੇ ਜਿਹੜਾ ਹੈਗਾ ਕਮਿਊਨਲ ਸਿਸਟਮ ਲਾਂਚ ਕੀਤਾ ਗਿਆ ਸੀਗਾ ਕਿ ਜਿਵੇਂ ਮੁਸਲਿਮਸ ਦੀ ਅਲੱਗ ਇਲੈਕਸ਼ਨ ਹੋਣਗੇ ਹਨਾ, ਹਿੰਦੂਆਂ ਦੇ ਅਲੱਗ ਇਲੈਕਸ਼ਨ ਹੋਣਗੇ, ਉਹ ਕਨਸੈਪਟ ਜਿਹੜਾ ਹੈਗਾ ਇੱਥੇ ਗੱਲ ਕੀਤੀ ਜਾ ਰਹੀ ਹੈ। ਤਾਂ 1909 ਦੇ ਮਿੰਟੋ ਮਾਰਲੇ ਸੁਧਾਰ ਦੇ ਵਿੱਚ ਇਹ ਗੱਲ ਕੀਤੀ ਗਈ। ਅੱਗੇ ਹੈਗਾ ਜੀ ਹੂ ਰਿਪਰੈਜ਼ੈਂਟਡ ਇੰਡੀਆ ਇਨ ਸੈਕੰਡ ਰਾਉਂਡ ਟੇਬਲ ਮੀਟਿੰਗ। ਇਹਨਾਂ ਚੋਂ ਕਿਹਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ? ਤਾਂ ਇਹ ਸਰੋਜਨੀ ਨਾਇਡੂ ਆ ਜੀ। ਵੈਸੇ ਇਸੇ ਮੀਟਿੰਗ ਦੇ ਵਿੱਚ ਮਹਾਤਮਾ ਗਾਂਧੀ ਵੀ ਸੀ, ਸਰੋਜਨੀ ਨਾਇਡੂ ਇਹਨਾਂ ਕਿਉਂਕਿ ਗਾਂਧੀ ਜੀ ਇਸ ਆਪਸ਼ਨ 'ਚ ਨਹੀਂ ਹੈਗੇ ਤਾਂ ਸਰੋਜਨੀ ਨਾਇਡੂ ਜੋ ਹੈ ਇਹਦੇ 'ਚ ਸਹੀ ਆਪਸ਼ਨ ਆ। ਗਾਂਧੀ ਜੀ ਨੇ ਸਿਰਫ ਸੈਕੰਡ ਮੀਟਿੰਗ ਦੇ ਵਿੱਚ ਹੀ ਭਾਗ ਲਿਆ ਸੀ, ਥਰਡ ਦੇ ਵਿੱਚ ਨਹੀਂ ਸੀ ਲਿਆ। ਤੇ ਬੀ ਆਰ ਅੰਬੇਦਕਰ ਜਿਨ੍ਹਾਂ ਇਹਨਾਂ ਨੇ ਸਾਰੀਆਂ ਮੀਟਿੰਗਸ ਦੇ ਵਿੱਚ ਮਤਲਬ ਕਿ ਤਿੰਨੋਂ ਮੀਟਿੰਗਸ ਦੇ ਵਿੱਚ ਭਾਗ ਲਿਆ ਸੀ। ਠੀਕ ਹੈ ਜੀ। ਅੱਗੇ ਜੀ 23 ਫਰਵਰੀ 1946 ਨੂੰ RN ਰਾਇਲ ਨੇਵੀ ਇੰਡੀਅਨ ਨੇਵੀ ਦੀ ਰੇਟਿੰਗ ਨੂੰ ਦਾ ਸਰੈਂਡਰ ਆਫ ਰੇਟਿੰਗ ਨੂੰ ਸਮਰਪਣ ਕਰਨ ਲਈ ਕਿਸ ਨੇ ਰਾਜੀ ਕੀਤਾ? ਹੂ persuaded the rating of RIN to surrender on the 23rd February 1946। ਤਾਂ ਕਿਸ ਨੇ ਜਿਹੜਾ ਹੈਗਾ ਇਸ ਨੂੰ ਸਰੈਂਡਰ ਕਰਨ ਨੂੰ ਜਿਹੜਾ ਰਾਜੀ ਕੀਤਾ? ਕਿਉਂਕਿ ਵਿਦਰੋਹ ਕਰਤਾ ਸੀਗਾ ਰਾਇਲ ਨੇਵੀ ਨੇ, ਤਾਂ ਉਹਨਾਂ ਨੂੰ ਸਰੈਂਡਰ ਕਰਨ ਲਈ ਰਾਜੀ ਜਿਹੜਾ ਕਿਸ ਨੇ ਕੀਤਾ ਸੀ? ਇਹ ਕਾਫੀ ਇੰਪੋਰਟੈਂਟ ਕੁਐਸਚਨ ਆ। ਇਹਦੇ 'ਚ ਹੈਗੀ ਆ ਸਹੀ ਆਪਸ਼ਨ ਹੈਗੀ ਆ ਜੀ ਇਹਦੇ 'ਚ C ਆਪਸ਼ਨ ਸਹੀ ਆਪਸ਼ਨ ਆ, ਵੱਲਭ ਭਾਈ ਪਟੇਲ ਤੇ MN ਜਿਨਾ। ਬੇਸਿਕਲੀ ਰਾਇਲ ਨੇਵੀ ਨੇ ਵਿਦਰੋਹ ਕਰਤਾ ਸੀ ਅੰਗਰੇਜ਼ਾਂ ਦੇ ਵਿਰੁੱਧ, ਤਾਂ ਉਹਨਾਂ ਨੂੰ ਸਰੈਂਡਰ ਕਰਨ ਲਈ ਜਿਹੜਾ ਹੈਗਾ ਮਨਾਇਆ ਸੀਗਾ ਵੱਲਭ ਭਾਈ ਪਟੇਲ ਤੇ ਜਿਨਾਹ ਨੇ। ਠੀਕ ਹੈ ਜੀ, ਤਾਂ ਇਹਦੀ ਸਹੀ ਆਪਸ਼ਨ C ਆਪਸ਼ਨ ਆ। ਇਸ ਤੋਂ ਅੱਗੇ ਚੱਲਦੇ ਹਾਂ ਜੀ 20 ਸਤੰਬਰ 1932 ਨੂੰ ਮਹਾਤਮਾ ਗਾਂਧੀ ਨੇ ਜਵਰਦਾ ਜੇਲ੍ਹ ਦੇ ਵਿੱਚ ਮਰਨ ਵਰਤ ਰੱਖਿਆ। ਠੀਕ ਹੈ ਜੀ, ਕਿਉਂ ਰੱਖਿਆ ਸੀਗਾ ਇਹ ਕੁਐਸਚਨ ਆ ਜੀ ਕਿ ਇਹ ਵਰਤ ਕਿਉਂ ਰੱਖਿਆ ਗਿਆ? ਠੀਕ ਹੈ ਜੀ, ਕਿਉਂਕਿ ਬ੍ਰਿਟਿਸ਼ ਜਿਹੜਾ ਹੈਗਾ ਉਹਨਾਂ ਨੇ ਕਮਿਊਨਲ ਅਵਾਰਡ ਆਫ ਰੈਮਸੇ ਮੈਕਡੋਨਲ। C ਆਪਸ਼ਨ ਇਹਦੀ ਸਹੀ ਆਪਸ਼ਨ ਆ, ਕਿਉਂਕਿ ਰੈਮਸੇ ਮੈਕਡੋਨਲ ਕੌਣ ਸੀ ਬਾਈ? PMC ਇੰਗਲੈਂਡ ਦਾ, ਜਿਨ੍ਹਾਂ ਨੇ ਰਾਉਂਡ ਟੇਬਲ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀਗੀ। ਤੁਸੀਂ ਰਾਉਂਡ ਟੇਬਲ ਮੀਟਿੰਗ ਆਪਾਂ ਪੜ੍ਹ ਰਹੇ ਸੀ ਉਦੋਂ ਦੀ ਗੱਲ। ਤਾਂ ਇੰਗਲੈਂਡ ਦਾ PMC ਰਾਉਂਡ ਟੇਬਲ ਮੀਟਿੰਗ ਦੇ ਇਹਨਾਂ ਨੇ ਪ੍ਰਧਾਨਗੀ ਕੀਤੀ ਸੀ। ਸੈਕੰਡ ਰਾਉਂਡ ਟੇਬਲ ਮੀਟਿੰਗ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ ਕਿ ਡਾਕਟਰ BR ਅੰਬੇਦਕਰ ਨੂੰ ਕਮਿਊਨਲ ਅਵਾਰਡ ਦਾ ਹੱਕ ਦਿੱਤਾ ਸੀ। ਮਤਲਬ ਕਿ ਜੋ ਨੀਵੀਆਂ ਜਾਤੀਆਂ ਨੇ ਉਹਨਾਂ ਦੇ ਇਲੈਕਸ਼ਨ ਅਲੱਗ ਤੋਂ ਹੋਣਗੇ, ਅਲੱਗ ਸਿਸਟਮ ਹੋਊਗਾ ਉਹਨਾਂ ਦਾ, ਹਨਾ। ਤਾਂ ਮਹਾਤਮਾ ਗਾਂਧੀ ਨੇ ਇਹਦੇ ਵਿਰੋਧ 'ਚ ਸੱਤਿਆਗ੍ਰਹਿ ਕਰਤਾ ਸੀਗਾ, ਫਾਸਟ ਰੱਖ ਲਿਆ ਸੀਗਾ, ਹਨਾ। ਤੇ ਫਿਰ ਉਸ ਤੋਂ ਬਾਅਦ ਗਾਂਧੀ ਤੇ ਅੰਬੇਦਕਰ ਦੇ ਵਿੱਚ ਇੱਕ ਪੈਕਟ ਹੁੰਦਾਗਾ, ਸਮਝੌਤਾ ਹੁੰਦਾਗਾ। ਠੀਕ ਹੈ ਜੀ। ਅੱਗੇ ਜੀ ਇੱਕ ਸਮੇਂ ਮਹਾਤਮਾ ਗਾਂਧੀ ਨਾਲ ਸੰਬੰਧਿਤ ਉਸ ਤੋਂ ਵੱਖ ਹੋ ਗਿਆ ਤੇ ਸਵੈਮਾਨ ਲਹਿਰ ਨਾਮਕ ਇੱਕ ਕੱਟੜਪੰਥੀ ਲਹਿਰ ਸ਼ੁਰੂ ਕੀਤੀ। ਕੌਣ ਸੀ ਉਹ? ਸਵੈਮਾਨ ਲਹਿਰ। ਇਸ ਤੇ ਤੁਸੀਂ ਜ਼ਿਆਦਾ ਧਿਆਨ ਦੇਣਾ। ਸੈਲਫ ਰਿਸਪੈਕਟ ਮੂਵਮੈਂਟ। ਠੀਕ ਹੈ ਜੀ, ਇਹ ਕਿਸ ਨੇ ਸ਼ੁਰੂ ਕੀਤੀ ਸੀਗੀ? ਸੈਲਫ ਰਿਸਪੈਕਟ ਮੂਵਮੈਂਟ। ਠੀਕ ਹੈ ਜੀ, ਤਾਂ ਇਹ ਮੂਵਮੈਂਟ ਆ ਜਿਹੜੀ ਸੈਲਫ ਰਿਸਪੈਕਟ ਮੂਵਮੈਂਟ ਆ, ਇਹ ਨੇਕਰ ਨੇ ਸ਼ੁਰੂ ਕੀਤੀ ਸੀਗੀ ਬਾਈ। EV ਰਾਮਾਸਵਾਮੀ ਨੇਕਰ, ਇਹਨਾਂ ਨੇ ਸੈਲਫ ਰਿਸਪੈਕਟ ਮੂਵਮੈਂਟ ਸ਼ੁਰੂ ਕੀਤੀ ਸੀ। ਬੇਸਿਕਲੀ ਇਹ ਜਿਹੜਾ ਹੈਗਾ ਬ੍ਰਾਹਮਣਸ ਨੂੰ ਲੈ ਕੇ ਇਹਨਾਂ ਨੇ ਗੱਲ ਕੀਤੀ ਸੀ ਕਿ ਬ੍ਰਾਹਮਣਸ ਨੂੰ ਪ੍ਰੋਪਰ ਜਿਹੜਾ ਹੈਗਾ ਨੌਨ ਬ੍ਰਾਹਮਣਸ ਜਿਹੜੇ ਲੋਕ ਨੇ, ਜਿਹੜੇ ਨੀਵੀਆਂ ਜਾਤਾਂ ਦੇ ਲੋਕ ਨੇ, ਜਿਹੜੇ ਬ੍ਰਾਹਮਣ ਨਹੀਂ ਹੈਗੇ, ਉਹਨਾਂ ਨਾਲ ਬੁਰਾ ਵਿਵਹਾਰ ਹੋ ਰਿਹਾ, ਉਸ ਨੂੰ ਲੈ ਕੇ ਇਹਨਾਂ ਨੇ ਸੈਲਫ ਰਿਸਪੈਕਟ ਮੂਵਮੈਂਟ ਸ਼ੁਰੂ ਕੀਤੀ ਸੀ। EV ਰਾਮਾਸਵਾਮੀ ਨਾਇਕਰ। ਠੀਕ ਹੈ ਜੀ। ਇਸ ਤੋਂ ਅੱਗੇ ਹੈਗਾ ਜੀ ਜੋਤੀਬਾ ਫੂਲੇ ਦੇ ਸਤਿਉਦਕ ਸਮਾਜ ਨੇ ਪਿਛਲੀ ਸਦੀ ਵਿੱਚ ਕੀ ਕੋਸ਼ਿਸ਼ ਕੀਤੀ ਸੀ ਕਿ ਕੀ ਉਹਨਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਜਿਹੜਾ ਜੋਤੀਬਾ ਫੂਲੇ ਨੇ ਸਤਿਅਸੋਧਕ ਸਮਾਜ ਜਿਹੜਾ ਹੈਗਾ ਬਣਾਇਆ ਸੀਗਾ, ਹਨਾ। ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਅਦਾਰਾ ਬਣਾਇਆ ਸੀ ਨੀਵੀਆਂ ਜਾਤੀਆਂ ਲਈ। ਤਾਂ ਇਹਦੀ ਸਹੀ ਆਪਸ਼ਨ ਹੈਗੀ ਆ A ਆਪਸ਼ਨ, ਸੇਵਿੰਗ ਦਾ ਲੋਅਰ ਕਾਸਟ ਫਰੋਮ
ਹਾਈਪੋਕ੍ਰਿਟੀਕਲ ਬ੍ਰਾਹਮਣਸ ਐਂਡ देयर ਓਪਰਚੁਨਿਟੀਜ਼ ਸਕ੍ਰਿਪਟ, ਕਿ ਜਿਹੜੇ ਬ੍ਰਾਹਮਣਸ ਨੇ ਉਹ ਲੋਅਰ ਕਾਸਟ ਦੇ ਮੌਕਿਆਂ ਨੂੰ ਖਾ ਰਹੇ ਨੇ, ਉਹਨਾਂ ਨੂੰ ਪ੍ਰੋਪਰ ਮੌਕਾ ਨਹੀਂ ਦੇ ਰਹੇ, ਆਜ਼ਾਦੀ ਨਹੀਂ ਦੇ ਰਹੇ, ਤਾਂ ਉਹਦੇ ਅਗੇਂਸਟ ਜਿਹੜੀ ਹੈਗੀ ਆ ਇਹ ਸੱਤਿਆ ਸੋਧਕ ਸਮਾਜ ਜਿਹੜੀ ਜੋਤੀਬਾ ਫੂਲੇ ਨੇ ਉਹਦੀ ਸ਼ੁਰੂ ਕੀਤੀ ਸੀਗੀ, ਇੱਕ ਸੰਸਥਾ ਬਣਾਈ ਸੀਗੀ, ਹਨਾ। ਫਿਰ ਇਸ ਤੋਂ ਬਾਅਦ ਹੈਗਾ in which of the following movement did Mahatma Gandhi make the first use of hunger strike as a weapon? ਮਹਾਤਮਾ ਗਾਂਧੀ ਨੇ ਭੁੱਖ ਹੜਤਾਲ ਦੀ ਪਹਿਲੀ ਵਰਤੋਂ ਇੱਕ ਹਥਿਆਰ ਦੇ ਰੂਪ ਚ ਹੇਠ ਲਿਖਿਆਂ ਵਿੱਚੋਂ ਕਿਸ ਅੰਦੋਲਨ ਦੇ ਵਿੱਚ ਕੀਤੀ ਸੀ? ਠੀਕ ਹੈ ਜੀ, ਤਾਂ ਅਸਹਿਯੋਗ ਅੰਦੋਲਨ, ਰੋਲਟ ਸੱਤਿਆਗ੍ਰਹਿ, ਅਹਿਮਦਾਬਾਦ ਹੜਤਾਲ, ਬਾਰਦੌਲੀ ਸੱਤਿਆਗ੍ਰਹਿ। ਤਾਂ ਇਹ ਸਹੀ ਹੈ ਜੀ, ਅਹਿਮਦਾਬਾਦ ਹੜਤਾਲ ਲੇਬਰ ਨਾਲ ਜੁੜੀ ਹੋਈ ਇਹ ਜਿਹੜੀ ਹੈਗੀ ਸਟ੍ਰਾਈਕ ਸੀਗੀ, ਇਹਦੇ ਚ ਮਹਾਤਮਾ ਗਾਂਧੀ ਨੇ ਸਭ ਤੋਂ ਪਹਿਲਾਂ ਹੰਗਰ ਸਟ੍ਰਾਈਕ ਕੀਤੀ ਸੀਗੀ, ਯੂਜ਼ ਕੀਤਾ ਸੀ ਹੰਗਰ ਸਟ੍ਰਾਈਕ ਨੂੰ। ਠੀਕ ਹੈ ਜੀ। ਗਾਂਧੀ ਜੀ ਨਾਲ ਨਮਕ ਸੱਤਿਆਗ੍ਰਹਿ ਦੀ ਲਹਿਰ ਦੀ ਅਗਵਾਈ ਕਿਸਨੇ ਕੀਤੀ ਸੀਗੀ ਜੀ? ਗਾਂਧੀ ਦੇ ਨਾਲ ਨਮਕ ਸੱਤਿਆਗ੍ਰਹਿ ਦੀ ਅਗਵਾਈ ਕਿਹਨੇ ਕੀਤੀ ਸੀ? ਤਾਂ ਸਰੋਜਨੀ ਨਾਇਡੂ ਨੇ ਕੀਤੀ ਸੀ। ਗਾਂਧੀ ਦੇ ਨਾਲ ਨਮਕ ਸੱਤਿਆਗ੍ਰਹਿ ਦੀ ਅਗਵਾਈ ਸਰੋਜਨੀ ਨਾਇਡੂ ਨੇ ਕੀਤੀ ਸੀ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। Who was the first ਗ੍ਰੰਥੀ of ਆਦਿ ਗ੍ਰੰਥ? ਗ੍ਰੰਥ ਸਾਹਿਬ ਆਦਿ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਲਿਖਿਆ, ਭਾਈ ਗੁਰਦਾਸ ਜੀ ਨੇ ਲਿਖਿਆ, ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਅੰਮ੍ਰਿਤਸਰ ਸਰੋਵਰ ਦੇ ਕੰਢੇ ਬੈਠ ਕੇ, ਹਨਾ। ਪਹਿਲਾ ਗ੍ਰੰਥੀ ਕੌਣ ਸੀ? ਤਾਂ ਉਹਦਾ ਪਹਿਲਾ ਗ੍ਰੰਥੀ ਸੀ ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਉਹਨਾਂ ਦੇ ਪਹਿਲੇ ਗ੍ਰੰਥੀ ਸੀਗੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ। Who built the ਅਕਾਲ ਤਖਤ? ਅਕਾਲ ਤਖਤ ਦਾ ਨਿਰਮਾਣ ਕਿਸਨੇ ਕਰਵਾਇਆ ਸੀਗਾ? ਤਾਂ ਇਹ ਤੁਸੀਂ ਸਾਰੇ ਹੀ ਜਾਣਦੇ ਹੋ, ਗੁਰੂ ਹਰਗੋਬਿੰਦ ਜੀ ਨੇ। ਅਕਾਲ ਤਖਤ ਦਾ ਨਿਰਮਾਣ ਆ ਜਿਹੜਾ ਉਹ ਗੁਰੂ ਹਰਗੋਬਿੰਦ ਜੀ ਨੇ ਕਰਵਾਇਆ ਸੀਗਾ। ਅੰਮ੍ਰਿਤਸਰ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਹੀ ਅਕਾਲ ਤਖਤ ਆ। ਅਕਾਲ ਤਖਤ ਬੇਸਿਕਲੀ ਜਦੋਂ ਧਰਮ ਨੂੰ ਮੀਰੀ ਤੇ ਪੀਰੀ ਦੋਨਾਂ ਸਿਧਾਂਤਾਂ ਦੇ ਅਕੋਰਡਿੰਗ ਚਲਾਇਆ ਗੁਰੂ ਹਰਗੋਬਿੰਦ ਜੀ ਨੇ, ਤਾਂ ਉਸ ਦੇ ਵਿੱਚ ਜਿਹੜੇ ਹੈਗਾ ਦੁਨਿਆਵੀ ਗੱਲਾਂ ਨੂੰ ਰਿਪਰੈਜ਼ੈਂਟ ਕਰਨ ਲਈ ਉੱਥੇ ਦਰਬਾਰ ਸਜਾਇਆ ਜਾਂਦਾ ਸੀ। ਰਾਜਨੀਤਿਕ ਤੌਰ ਤੇ ਧਰਮ ਨੂੰ ਜਿਹੜਾ ਹੈਗਾ ਅੱਗੇ ਲਿਜਾਣ ਲਈ ਅਕਾਲ ਤਖਤ ਦੀ ਜਿਹੜੀ ਉਹ ਸਥਾਪਨਾ ਕੀਤੀ ਗਈ, ਤਾਂ ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖਤ ਦੀ ਸਥਾਪਨਾ ਕੀਤੀ। The Sikh who learned Sanskrit from Banaras were called, ਇਹ ਆਪਾਂ ਪਿਛਲੇ ਦਿਨੀ ਵੀ ਕੁਐਸਚਨ ਡਿਸਕਸ ਕੀਤਾ ਸੀ ਕਿ ਜੋ ਬਨਾਰਸ ਨਿਰਮਲ ਬੀ ਆਪਸ਼ਨ ਇਹਨਾਂ ਦੀ ਸਹੀ ਆਪਸ਼ਨ ਆ। ਬੇਸਿਕਲੀ ਗੁਰੂ ਗੋਬਿੰਦ ਸਿੰਘ ਜੀ ਨੇ ਬਨਾਰਸ ਚ ਕੋਈ ਸਿੱਖਾਂ ਨੂੰ ਭੇਜਿਆ ਸੀ ਕਿ ਤਾਂ ਕਿ ਜਿਹੜਾ ਹੈਗਾ ਰਿਸਰਚ ਲਈ ਬੇਸਿਕਲੀ ਇੱਕ ਹਨਾ ਸੰਸਕ੍ਰਿਤ ਰਿਸਰਚ ਲਈ ਕਿ ਉੱਥੋਂ ਸੰਸਕ੍ਰਿਤ ਸਿੱਖ ਕੇ ਆਉਣ, ਤਾਂ ਇਹ ਉਹਨਾਂ ਨੂੰ ਨਿਰਮਲੀਏ ਕਿਹਾ ਜਾਂਦਾ। ਤਾਂ ਇਹਦੀ ਸਹੀ ਆਪਸ਼ਨ ਹੈਗੀ ਆ ਬੀ ਆਪਸ਼ਨ। ਨੈਕਸਟ ਕੁਐਸਚਨ ਹੈ ਕਿ ਕਾਰਲ ਮਾਰਕਸ is known for his work, ਕਾਰਲ ਮਾਰਕਸ ਨੂੰ ਉਸਦੇ ਕੰਮ ਲਈ ਜਾਣਿਆ ਜਾਂਦਾ। ਤਾਂ ਕਿਹੜੇ ਕੰਮ ਲਈ ਜਾਣਿਆ ਜਾਂਦਾ ਕਾਰਲ ਮਾਰਕਸ ਦਾ? ਜਿਹੜਾ ਪਿਛਲੇ ਦਿਨੀ ਆਪਾਂ ਕਈ ਵਾਰੀ ਕੁਐਸਚਨ ਡਿਸਕਸ ਕੀਤਾ, ਦਾ ਕੈਪੀਟਲ ਲਿਖਿਆ ਉਹਨਾਂ ਨੇ, ਇਹਦੇ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ। ਠੀਕ ਹੈ ਜੀ, ਤਾਂ ਅੱਜ ਲਈ ਇੰਨੇ ਕੁਐਸਚਨ ਆਪਣੇ ਕੋਲੇ। ਤਾਂ ਆਸ ਕਰਦੇ ਹਾਂ ਕਿ ਤੁਹਾਡੇ ਜਿਹੜੇ ਤੁਹਾਨੂੰ ਇਹ ਕੁਐਸਚਨਸ ਅੱਗੇ ਵੀ ਕੰਮ ਆਉਣਗੇ ਤੇ ਤੁਸੀਂ ਅੱਛੀ ਤੁਹਾਡੀ ਤਿਆਰੀ ਹੋਊਗੀ। ਕੁਝ ਕੁ ਤੁਹਾਡੀਆਂ ਕਨਫਿਊਜ਼ਨਸ ਨੇ ਜਿਹੜੀਆਂ ਉਹਨਾਂ ਨੂੰ ਤੁਸੀਂ ਕਮੈਂਟ ਬਾਕਸ 'ਚ ਲਿਖ ਸਕਦੇ ਹੋ, ਅਸੀਂ ਉਹਨਾਂ ਬਾਰੇ ਅਲੱਗ ਤੋਂ ਵੀ ਗੱਲ ਕਰਾਂਗੇ। ਜੇ ਤੁਹਾਡੇ ਕੋਈ ਟੌਪਿਕਸ ਕੁਝ ਕਨਫਿਊਜ਼ਨਸ ਨੇ ਤਾਂ ਐਸੇ ਤਰੀਕੇ ਨਾਲ ਅੱਜ ਲਈ ਇੰਨਾ ਕਾਫੀ ਆ, ਤੇ ਮਿਲਦੇ ਹਾਂ ਆਪਾਂ ਕੱਲ ਨੂੰ ਕਿਸੇ ਹੋਰ ਨਵੇਂ ਕੁਐਸਚਨਸ ਦੇ ਨਾਲ ਤੇ ਨਵੀਂ ਡਿਸਕਸ਼ਨਸ ਦੇ ਨਾਲ। ਤਾਂ ਸਾਰਿਆਂ ਨੂੰ ਗੁੱਡ ਲੱਕ, ਮਿਲਦੇ ਹਾਂ ਫਿਰ ਕੱਲ। ਸ਼ੁਕਰੀਆ, ਥੈਂਕ ਯੂ।